ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਸੋ ਕੈਨੇਡਾ ਦੇ ਰਿਗਾਰਡਿੰਗ ਇੱਕ ਬੜੀ ਇੰਪੋਰਟੈਂਟ ਅਪਡੇਟ ਹੈ, ਡਿਵੈਲਪਮੈਂਟ ਹੈ, ਜਿਹਦੇ ਤੇ ਅੱਜ ਚਰਚਾ ਕਰਾਂਗੇ। ਕੈਨੇਡਾ ਨੇ ਵੈਰੀਫਿਕੇਸ਼ਨਸ ਸ਼ੁਰੂ ਕਰ ਦਿੱਤੀਆਂ। ਵੈਰੀਫਿਕੇਸ਼ਨਸ ਦੀ ਕੀ ਵਜ੍ਹਾ ਹੈ, ਕਿਹੜੀਆਂ ਚੀਜ਼ਾਂ ਵੈਰੀਫਾਈ ਕੀਤੀਆਂ ਜਾ ਰਹੀਆਂ ਨੇ, ਕਿਸ ਤਰੀਕੇ ਦਾ ਪ੍ਰੋਸੈਸ ਵੈਰੀਫਿਕੇਸ਼ਨ 'ਚ ਫੋਲੋ ਕੀਤਾ ਜਾ ਰਿਹਾ ਤੇ ਸਟੂਡੈਂਟਸ ਦੇ ਪੁਆਇੰਟ ਆਫ ਵਿਊ ਨਾਲ ਸਟੂਡੈਂਟਸ ਦੇ ਹੱਥ ਬਸ ਕੀ ਆ, ਉਹ ਕੀ ਕਰ ਸਕਦੇ ਨੇ। ਕਿਉਂਕਿ ਬਹੁਤ ਸਾਰੇ ਸਟੂਡੈਂਟਸ ਪੁੱਛ ਰਹੇ ਨੇ ਕਿ ਹੁਣ ਅਸੀਂ ਅੱਗੇ ਕੀ ਕਰੀਏ, ਕੀ ਆਪਣੇ ਸਕੂਲ ਕਾਲਜ ਦੇ ਵਿੱਚ ਜਾਈਏ, ਉਹਨਾਂ ਨੂੰ ਕੰਟੈਕਟ ਕਰੀਏ। ਸੋ ਬਹੁਤ ਸਾਰੇ ਸਵਾਲ ਨੇ, ਡਾਊਟਸ ਨੇ ਬਹੁਤ ਸਾਰੇ, ਤੇ ਬਹੁਤ ਡਰ ਵੀ ਹੈ ਸਟੂਡੈਂਟਸ ਦੇ ਮਨ ਦੇ ਵਿੱਚ ਜੋ ਪ੍ਰੈਜ਼ੈਂਟ ਸਿਨਾਰੀਓ ਦੇ ਵਿੱਚ ਚੀਜ਼ਾਂ ਹੋ ਰਹੀਆਂ। ਸੋ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਅੱਜ ਦੇ ਐਕਸਪਰਟਸ ਤੋਂ, ਉਹਨਾਂ ਦੀ ਕੀ ਰਾਏ ਹੈ ਇਹ ਸਾਰਾ ਜੋ ਨਵੀਂ ਡਿਵੈਲਪਮੈਂਟ ਕੈਨੇਡਾ ਵੱਲੋਂ ਹੋ ਰਹੀ ਹੈ। ਸਵਾਗਤ ਕਰਦਾ ਜੀ ਅੱਜ ਦੇ ਸਾਡੇ ਗੈਸਟ ਗਗਨਦੀਪ ਸਿੰਘ ਜੀ ਦਾ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰ। ਸੋ ਗਗਨ ਜੀ, ਸਾਰੀਆਂ ਚੀਜ਼ਾਂ ਤੋਂ ਤੁਸੀਂ ਵਾਕਫ ਹੋ, ਕੈਨੇਡਾ ਜਿਹੜੀਆਂ ਵੈਰੀਫਿਕੇਸ਼ਨਸ ਕਰਾ ਰਿਹਾ ਹੈ, ਤੁਹਾਡਾ ਪੁਆਇੰਟ ਆਫ ਵਿਊ ਕੀ ਹੈ ਕੈਨੇਡਾ ਦੇ ਪੱਖ ਦੇ ਹਿਸਾਬ ਨਾਲ ਜੇ ਮੈਂ ਗੱਲ ਕਰਾਂ, ਤੇ ਦੂਸਰਾ ਤੁਸੀਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ, ਜਿਵੇਂ ਸਟੂਡੈਂਟਸ ਬਹੁਤ ਪੁੱਛ ਰਹੇ ਨੇ ਕਿ ਹੁਣ ਅਸੀਂ ਕੀ ਕਰੀਏ। ਸਰ ਦੇਖੋ, ਸਭ ਤੋਂ ਪਹਿਲਾਂ ਜਿਹੜੀ ਕੈਨੇਡਾ ਦੇ ਹੁਣ ਜਿਹੜੀ ਹੈ ਵੈਰੀਫਿਕੇਸ਼ਨ ਸ਼ੁਰੂ ਕਰਤੀ ਹੈ, ਜਿਹੜੀ ਈਮੇਲਸ ਵਗੈਰਾ ਜਾਣੀਆਂ ਸ਼ੁਰੂ ਹੋਈਆਂ ਸਟੂਡੈਂਟ ਦੇ ਆਪਣੇ ਪੋਰਟਲਸ ਵਗੈਰਾ ਤੇ ਈਮੇਲ ਆਈਡੀ ਤੇ, ਉਹ ਉਸ ਬੱਚੇ ਨੂੰ ਜਾ ਰਿਹਾ ਜਿਹਨੇ ਆਪਣੇ ਡਾਕੂਮੈਂਟਸ ਦੇ ਨਾਲ ਕੋਈ ਛੇੜਛਾੜ ਕੀਤੀ ਹੋਈ ਹੈ। ਹਰ ਇੱਕ ਬੱਚੇ ਨੂੰ ਨਹੀਂ ਆ ਰਹੀ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਪਿਆ ਹੈ ਕਿ ਸਾਨੂੰ ਇਸ ਡਾਕੂਮੈਂਟ ਵਿੱਚ ਕੋਈ ਵੀ ਉਹਨਾਂ ਨੂੰ ਸ਼ੇਡੀਨੈਸ ਲੱਗਦੀ ਪਈ ਹੈ, ਕੋਈ ਵੀ ਇੱਦਾਂ ਦੀ ਫਿਸ਼ੀ ਥਿੰਗਸ ਲੱਗਦੀਆਂ ਪਈਆਂ, ਉਸ ਬੱਚੇ ਨੂੰ ਉਹ ਈਮੇਲ ਕਰਦੇ ਪਏ ਨੇ ਫॉर ਦੀ ਵੈਰੀਫਿਕੇਸ਼ਨ ਪਰਪਸ ਕਿ ਸਾਨੂੰ ਇਹ ਡਾਕੂਮੈਂਟ ਤੁਹਾਡਾ ਕਲੀਅਰ ਨਹੀਂ ਹੈਗਾ, ਸਾਨੂੰ ਇਹਦੀ ਪੂਰੀ ਜਸਟੀਫਿਕੇਸ਼ਨ ਚਾਹੀਦੀ ਹੈ, ਤੇ ਉਸ ਚੀਜ਼ ਦੀ ਉਹ ਈਮੇਲ ਕਰ ਰਹੇ ਨੇ, ਜਿਹਦੇ ਕਰਕੇ ਉਹਦਾ ਰਿਜ਼ਲਟ ਵੀ ਥੋੜਾ ਜਿਹਾ ਡਿਲੇ ਹੋ ਜਾਂਦਾ ਹੈ। ਹਰ ਬੱਚੇ ਨੂੰ ਇਹਦੇ ਵਿੱਚ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ, ਕਿਉਂ ਉਹ ਬੱਚਾ ਡਰ ਵਿੱਚ ਰਹੇਗਾ ਜਿਹਨੇ ਆਪਣੇ ਡਾਕੂਮੈਂਟ ਦੇ ਨਾਲ ਕੋਈ ਛੇੜਛਾੜ ਕੀਤੀ ਹੈ। ਜਿਸ ਬੱਚੇ ਨੇ ਸਾਰਾ ਆਪਣਾ ਨੀਟ ਐਂਡ ਕਲੀਨ ਪ੍ਰੋਸੈਸ ਰੱਖਿਆ ਹੈ, ਕਿਸੇ ਡਾਕੂਮੈਂਟ ਦੇ ਨਾਲ ਕੋਈ ਛੇੜਛਾੜ ਨਹੀਂ ਹੈਗੀ, ਕੁਝ ਵੀ ਨਹੀਂ ਹੈਗਾ, ਉਹਨੂੰ ਤੇ ਉੱਦਾਂ ਵੀ ਡਰਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਕਿਉਂਕਿ ਅਗਰ ਕਿਸੇ ਦਾ ਡਾਕੂਮੈਂਟ ਅਗਰ ਵੈਰੀਫਾਈ ਕਰਨ ਵਾਸਤੇ ਮੰਗਿਆ ਹੈ ਜਾਂ ਜਿਹਦੇ ਵਿੱਚ ਉਹਨਾਂ ਨੂੰ ਕੁਝ ਇੱਦਾਂ ਦਾ ਸ਼ੇਡੀਨੈਸ ਲੱਗੀ ਹੈ ਔਰ ਉਹ ਡਾਕੂਮੈਂਟ ਉਹ ਪ੍ਰੋਵਾਈਡ ਕਰ ਦਿੰਦੇ ਨੇ, ਇਫ ਹੋ ਜਾਂਦਾ ਹੈ ਕਈ ਵਾਰੀ, ਕਿਉਂਕਿ ਉਹ ਵੀ ਇਨਸਾਨ ਹੀ ਨੇ, ਦੇ ਆਰ ਆਲਸੋ ਹਿਊਮਨਸ ਜਿਹੜੀ ਤੁਹਾਡੀ ਫਾਈਲ ਦੇ ਉੱਤੇ ਵਰਕਆਊਟ ਕਰ ਰਹੇ ਨੇ, ਜਿਨ੍ਹਾਂ ਨੇ ਆਪਣਾ ਡਿਸੀਜਨ ਦੇਣਾ ਹੈ। ਸੋ ਅਗਰ ਉਹਨਾਂ ਨੂੰ ਉਹ ਚੀਜ਼ ਲੱਗਦੀ ਔਰ ਤੁਸੀਂ ਉਸ ਚੀਜ਼ ਨੂੰ ਵੈਰੀਫਾਈ ਕਰਾ ਰਹੇ ਹੋ, ਯੂ ਵਿਲ ਗੈਟ ਦੀ ਵੀਜ਼ਾ। ਉਹਦੇ ਵਿੱਚ ਤੁਹਾਨੂੰ ਟੈਨਸ਼ਨ ਲੈਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਕੈਨੇਡਾ ਨੇ ਹੁਣ ਟ੍ਰੈਂਡ ਥੋੜਾ ਜਿਹਾ ਚੇਂਜ ਕੀਤਾ ਫॉर द ਸੇਫਟੀ ਪਰਪਸ ਆਫ ਦ ਕੰਟਰੀ ਐਸ ਵੈਲ, ਕਿਉਂਕਿ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਕਾਫੀ ਸਾਰੇ ਉੱਥੇ ਚੀਜ਼ਾਂ ਹੋਈਆਂ ਨੇ, ਸੋ ਉਹ ਸਾਰੀ ਚੀਜ਼ਾਂ ਦੇ ਕਿਤੇ ਨਾ ਕਿਤੇ ਉਹ ਚੀਜ਼ ਆਣੀ ਹੀ ਸੀ ਸਾਹਮਣੇ, ਜਿਹੜਾ ਕਿ ਹੁਣ ਆ ਚੁੱਕੀ ਹੈ। ਸੋ ਇਸ ਚੀਜ਼ ਤੋਂ ਬਚੋ, ਆਪਣੇ ਕੋਈ ਵੀ ਡਾਕੂਮੈਂਟ ਦੇ ਨਾਲ ਕੋਈ ਇੱਦਾਂ ਦਾ ਕੰਮ ਨਾ ਕਰਿਓ ਜਿਹਦੇ ਕਰਕੇ ਤੁਸੀਂ ਵੀ ਉਸ ਚੀਜ਼ ਦੇ ਅੰਦਰ ਆਓ ਔਰ ਤੁਹਾਨੂੰ ਉਸ ਚੀਜ਼ ਦੀ ਫਿਰ ਜਸਟੀਫਿਕੇਸ਼ਨ ਦੇਣੀ ਔਖੀ ਹੋ ਜਾਏ। ਸੋ ਗਗਨ ਜੀ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਿਰਫ ਉਹੀ ਕੇਸਾਂ 'ਚ ਵੈਰੀਫਿਕੇਸ਼ਨ ਹੋ ਰਹੀ ਹੈ ਜਿੱਥੇ ਕੋਈ ਡਾਊਟ ਲੱਗ ਰਿਹਾ ਕਿ ਕਿਸੇ ਕਾਗਜ਼ ਨਾਲ, ਕਿਸੇ ਸਰਟੀਫਿਕੇਟ ਨਾਲ ਛੇੜਛਾੜ ਕੀਤੀ ਗਈ ਹੈ। ਬਿਲਕੁਲ, ਜਿੱਥੇ ਉਹਨਾਂ ਨੂੰ ਲੱਗਦਾ, ਦੇਖੋ ਅਗਰ ਆਇਲਟਸ ਦੀ ਗੱਲ ਕਰ ਲਈਏ, ਉਹਨਾਂ ਦੇ ਕੋਲ ਸਾਰੇ ਟੂਲਸ ਹੈਗੇ ਨੇ ਜਿਹਦੇ ਥਰੂ ਉਹ ਜਾ ਕੇ ਈਜ਼ੀਲੀ ਚੈੱਕ ਕਰ ਸਕਦੇ ਨੇ ਆਇਲਟਸ ਦਾ ਸਰਟੀਫਿਕੇਟ, ਪੀਟੀ ਦਾ ਸਰਟੀਫਿਕੇਟ। ਪਿੱਛੇ ਇੱਕ ਕੇਸ ਨਿਕਲ ਕੇ ਆਇਆ ਸੀ ਜਿਹਦੇ ਵਿੱਚ ਕਿਸੇ ਬੱਚੇ ਨੇ ਆਪਣਾ ਆਇਲਟਸ ਦਾ ਸਰਟੀਫਿਕੇਟ ਥੋੜਾ ਉਹਦੇ ਨਾਲ ਛੇੜਛਾੜ ਕੀਤੀ ਹੋਈ ਸੀ ਔਰ ਉਹਨੂੰ ਲਗਾ ਕੇ ਫਾਈਲ ਆਪਣੀ ਲੌਂਚ ਕੀਤੀ ਹੋਈ ਸੀ। ਜਦੋਂ ਉਹਨਾਂ ਨੇ ਉਸ ਚੀਜ਼ ਨੂੰ ਵੈਰੀਫਾਈ ਕੀਤਾ ਤੇ ਉੱਥੇ ਬੱਚੇ ਦੀ ਜਿਹੜੀ ਪਿਕਸ ਸੀ ਉਹ ਮਿਸਮੈਚ ਹੋ ਰਹੀ ਸੀ ਕਿਤੇ ਨਾ ਕਿਤੇ। ਸੋ ਐਮਬੈਸੀ ਨੇ ਉਹਦੀ ਜਸਟੀਫਿਕੇਸ਼ਨ ਕਾਲ ਕਰਤੀ ਕਿ ਭਈ ਸਾਨੂੰ ਇਸ ਚੀਜ਼ ਦਾ ਜਸਟੀਫਾਈ ਕਰਾ ਕੇ ਦਿਓ, ਕਿਉਂਕਿ ਵਾਟ ਵੀ ਆਰ ਇਟਸ ਅ ਮਿਸਮੈਚ ਥਿੰਗਸ ਕਮਿੰਗ ਅਪ। ਸੋ ਉਹਨਾਂ ਦੇ ਕੋਲ ਸਾਰੇ ਟੂਲਸ ਹੈਗੇ ਨੇ ਜਿਹਦੇ ਥਰੂ ਉਹ ਈਜ਼ੀਲੀ ਜਾ ਕੇ ਚੈੱਕ ਕਰ ਸਕਦੇ ਨੇ ਕਿ ਉਹ ਜੈਨੂਅਨ ਹੈ ਜਾਂ ਇਨਜੈਨੂਅਨ ਹੈ। ਚਾਹੇ ਉਹ ਤੁਹਾਡੇ ਫੰਡਸ ਦੇ ਡਾਕੂਮੈਂਟ ਕਿਉਂ ਨਹੀਂ ਹੈਗੇ, ਉਹ ਬੈਂਕ ਦੇ ਨਾਲ ਵੈਰੀਫਾਈ ਕਰਨਗੇ। ਉਹ ਚੀਜ਼, ਜਿਹੜੀ ਚੀਜ਼ ਤੁਸੀਂ ਦਿੱਤੀ ਹੈ ਉਹ ਉੱਥੇ ਗਿਵਨ ਵੀ ਹੋਣੀ ਚਾਹੀਦੀ ਹੈ, ਉੱਥੇ ਪ੍ਰੈਜ਼ੈਂਟ ਹੋਣੀ ਚਾਹੀਦੀ ਹੈ। ਅਗਰ ਉੱਥੇ ਕੋਈ ਵੀ ਫੰਡਸ ਅਗਰ ਤੁਸੀਂ ਸ਼ੋ ਕੀਤੇ ਨੇ, ਕਿਸੇ ਦੇ ਪੈਸੇ ਪਏ ਨੇ ਤੇ ਉਹਦੇ ਤੇ ਇੰਟਰਸਟ ਆਣਾ ਤਾਂ ਨਿਊ ਬੈਲੈਂਸ ਜਨਰੇਟ ਹੋ ਜਾਂਦਾ, ਉਹਦੇ ਵਿੱਚ ਟੈਨਸ਼ਨ ਲੈਣ ਵਾਲੀ ਗੱਲ ਨਹੀਂ, ਕਿਉਂਕਿ ਉਹ ਤੁਹਾਡੀ ਸਟੇਟਮੈਂਟ ਤੇ ਵੀ ਬੋਲੇਗੀ ਚੀਜ਼। ਬਟ ਜਿੱਥੇ ਤੁਸੀਂ ਫੰਡਸ ਹੀ ਗਲਤ ਦਿਖਾਏ ਨੇ ਜਾਂ ਜਦੋਂ ਫਾਈਲ ਤੁਸੀਂ ਲੌਂਚ ਕਰ ਰਹੇ ਹੋ ਕੁਝ ਹੋਰ ਪੇਮੈਂਟ ਤੁਸੀਂ ਉੱਤੇ ਸਟਰਕਚਰ ਆਊਟ ਕਰ ਰਹੇ ਹੋ ਔਰ ਉਸ ਤੋਂ ਬਾਅਦ ਤੁਸੀਂ ਉਹ ਪੇਮੈਂਟ ਕਢਵਾ ਲਈ ਹੈ ਜਾਂ ਕੁਝ ਦੇਖਦੇ ਹੋਏ ਕਿ ਟਾਈਮ ਜ਼ਿਆਦਾ ਲੱਗ ਰਿਹਾ ਜੀ, ਹਾਲੇ ਰਿਜ਼ਲਟ ਨਹੀਂ ਆਇਆ, ਵਿਆਜ ਤੇ ਚੱਕਿਆ, ਸੋ ਉਹ ਕੰਮ ਨਾ ਕਰੋ। ਜੋ ਤੁਹਾਡੇ ਜੈਨੂਅਨ ਫੰਡਸ ਨੇ ਤੁਸੀਂ ਉਹੀ ਸ਼ੋ ਕਰੋ, ਜਿਹੜੇ ਤੁਹਾਡੇ ਅਕੈਡਮਿਕਸ ਦੇ ਡਾਕੂਮੈਂਟ ਉਸੇ ਬੇਸ ਤੇ ਆਪਣੀ ਫਾਈਲ ਲਾਓ। ਕੋਈ ਆਇਲਟਸ ਦੇ TRF ਨਾਲ ਜਾਂ PT ਦੇ ਸਕੋਰਸ ਨਾਲ ਕੋਈ ਇੱਦਾਂ ਦਾ ਛੇੜਛਾੜ ਨਾ ਕਰੋ ਜਿਹਦੇ ਕਰਕੇ ਤੁਸੀਂ ਉਸ ਚੀਜ਼ ਦੇ ਅੰਦਰ ਫਾਲ ਕਰੋ ਔਰ ਤੁਹਾਨੂੰ ਕਿਤੇ ਨਾ ਕਿਤੇ ਰਿਫਿਊਜ਼ਲ ਜਾਂ ਬੈਨ ਦਾ ਵੀ ਕਾਰਨ ਬਣ ਸਕਦੇ ਹੋ। ਸੋ ਸਟੂਡੈਂਟਸ, ਜਿਵੇਂ ਗਗਨਦੀਪ ਜੀ ਨੇ ਦੱਸਿਆ, ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਤੁਸੀਂ ਸਾਰਾ ਕੰਮ ਜੈਨੂਅਨ ਕੀਤਾ
ਕੈਨੇਡਾ ਪ੍ਰੈਜ਼ੈਂਟਲੀ ਚੀਜ਼ਾਂ ਨੂੰ ਵੈਰੀਫਾਈ ਕਰ ਰਿਹਾ, ਡਬਲ ਟ੍ਰਿਪਲ ਟਾਈਮ ਵੈਰੀਫਾਈ ਕਰ ਰਿਹਾ। ਸੋ ਬਹੁਤ ਸੰਭਲ ਕੇ ਆਪਣੀ ਫਾਈਲ ਲਗਾਓ। ਇਹੋ ਜਿਹੇ ਦੇ ਵਿੱਚ ਇਹ ਵੀ ਜ਼ਰੂਰੀ ਹੈ ਕਿ ਐਕਸਪੀਰੀਅੰਸਡ ਕੰਸਲਟੈਂਟ ਦੇ ਥਰੂ ਹੀ ਆਪਣੀ ਫਾਈਲ ਲਗਾਓ, ਕਿਉਂਕਿ ਜੇ ਤੁਹਾਡੇ ਸਾਰੇ ਡਾਕੂਮੈਂਟ ਜੈਨੂਅਨ ਨੇ ਬਟ ਫਾਈਲਿੰਗ ਦੇ ਪ੍ਰੋਸੈਸ 'ਚ ਥੋੜੀ ਜੀ ਡਿਸਕ੍ਰਿਪੈਂਸੀ ਕਿਤੇ ਦਿਖੀ ਤਾਂ ਵੀ ਤੁਸੀਂ ਇਸ ਵੈਰੀਫਿਕੇਸ਼ਨ ਦੇ ਦਾਇਰੇ ਦੇ ਵਿੱਚ ਆ ਸਕਦੇ ਹੋ। ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਲਗਾਤਾਰ ਜਿਹੜੇ ਅਪਡੇਟਸ ਨੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।